ਹੁਣ ਸਾਡੇ ਨਾਲ ਜੁੜਨ ਜਾ ਰਹੇ ਨੇ ਯੂਕੇ ਤੋਂ ਸਰਦਾਰ ਚਰਨ ਕੰਵਲ ਸਿੰਘ ਸੇਖੋ ਜੀ। ਯੂਨਾਈਟਿਡ ਕਿੰਗਡਮ ਅਤੇ ਭਾਰਤ ਵਿੱਚ ਕੰਮ ਕਰ ਰਹੀ ਸਮਾਜ ਸੇਵੀ ਸੰਸਥਾ ਸੇਵਾ ਟਰੱਸਟ ਯੂਕੇ ਦੇ ਫਾਊਂਡਰ ਸਰਦਾਰ ਚਰਨ ਕੰਵਲ ਸਿੰਘ ਸੇਖੋ ਜੀ ਤੋਂ ਜਾਣਾਂਗੇ ਕਿ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨੂੰ ਅੱਜ ਕਿਸ ਤਰ੍ਹਾਂ ਨਾਲ ਕੰਮ ਕਰਨ ਦੀ ਜ਼ਰੂਰਤ ਹੈ। ਸੋ ਹੁਣ ਸਾਡੇ ਨਾਲ ਯੂਕੇ ਤੋਂ ਜੁੜ ਚੁੱਕੇ ਨੇ ਚਰਨ ਕੰਵਲ ਸਿੰਘ ਸੇਖੋ ਸਾਹਿਬ। ਸੇਖੋ ਸਾਹਿਬ, ਬਹੁਤ ਬਹੁਤ ਸਵਾਗਤ ਹੈ ਵੀ ਮੀਡੀਆ ਆਈਡੀਆਜ਼ ਫੋਰਮ ਦੇ ਇਸ ਖਾਸ ਪ੍ਰੋਗਰਾਮ ਵਿੱਚ। ਸਤਿ ਸ਼੍ਰੀ ਅਕਾਲ ਜੀ। ਸੇਖੋ ਸਾਹਿਬ, ਸਭ ਤੋਂ ਪਹਿਲਾਂ ਤਾਂ ਸੇਵਾ ਟਰੱਸਟ ਦੀ ਅਸੀਂ ਗੱਲ ਕਰਾਂਗੇ। ਸੇਵਾ ਟਰੱਸਟ ਬਹੁਤ ਲੰਬੇ ਸਮੇਂ ਤੋਂ ਅਸੀਂ ਨਾਮ ਸੁਣਦੇ ਆ ਰਹੇ ਹਾਂ, ਕੰਮ ਦੇਖਦੇ ਆ ਰਹੇ ਹਾਂ। ਅਸੀਂ ਤੁਹਾਡੇ ਮੂੰਹੋਂ ਜਾਣਨਾ ਚਾਹਾਂਗੇ ਕਿ ਸੇਵਾ ਟਰੱਸਟ ਕਿਸ ਤਰ੍ਹਾਂ ਨਾਲ ਕੰਮ ਕਰਦਾ ਹੈ, ਕੌਣ-ਕੌਣ ਲੋਕ ਇਸ ਨਾਲ ਜੁੜੇ ਹੋਏ ਨੇ ਅਤੇ ਮੁੱਖ ਮਕਸਦ ਕੀ ਹੈ ਸੇਵਾ ਟਰੱਸਟ ਨੂੰ ਕਾਇਮ ਕਰਨ ਦਾ। ਹਾਂ, ਉਸ ਤੋਂ ਪਹਿਲਾਂ ਮੈਂ ਇੱਕ ਗੱਲ ਮੈਂਸ਼ਨ ਕਰਨੀ ਚਾਹੁੰਦਾ ਕਿ ਵੀ ਮੀਡੀਆ ਦਾ ਬਹੁਤ ਵਧੀਆ ਉਪਰਾਲਾ ਹੈ ਕਿ ਆਈਡੀਆਜ਼ ਫੋਰਮ ਕਿ ਤੁਸੀਂ ਵਰਲਡ ਦੇ ਵੱਖ-ਵੱਖ ਕੰਟਰੀਜ਼ ਤੋਂ ਸਾਨੂੰ ਇਕੱਠੇ ਹੋਣ ਦਾ ਮੌਕਾ ਦਿੱਤਾ। ਸੋ ਥੈਂਕ ਯੂ। ਬਹੁਤ ਸ਼ੁਕਰੀਆ। ਕਿਉਂਕਿ ਆਈਡੀਆਜ਼ ਵੀ ਅਸੀਂ ਇੱਕ ਦੂਸਰੇ ਤੋਂ ਲਰਨ ਕਰ ਸਕਦੇ ਹਾਂ। ਸੋ ਇਟਸ ਅ ਗ੍ਰੇਟ ਇਨੀਸ਼ੀਏਟਿਵ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਕੰਗ੍ਰੈਚੁਲੇਸ਼ਨਸ ਐਂਡ ਵੈਲ ਡਨ ਆਲ ਦੀ ਆਰਗੇਨਾਈਜ਼ਰਸ। ਸੋ ਜੋ ਤੁਹਾਡਾ ਕੁਐਸਚਨ ਸੀ ਸੇਵਾ ਟਰੱਸਟ ਬਾਰੇ, ਸੇਵਾ ਟਰੱਸਟ ਅਸੀਂ ਤਕਰੀਬਨ 2016 ਤੋਂ ਇਹ ਸੰਸਥਾ ਫਾਰਮਲ ਤੌਰ ਤੇ ਲਾਂਚ ਕੀਤੀ ਜੀ। ਉਸ ਤੋਂ ਪਹਿਲਾਂ ਤਕਰੀਬਨ 5-6 ਸਾਲ ਅਸੀਂ ਜੋ ਸੇਵਾਦਾਰ ਸੀ ਸਾਰੇ ਰਲ ਕੇ ਸੇਵਾ ਕਰਦੇ ਆ ਰਹੇ ਹਾਂ। ਔਰ 2016 'ਚ ਫਿਰ ਅਸੀਂ ਸੋਚਿਆ ਕਿ ਇਸ ਨੂੰ ਅਸੀਂ ਇੱਕ ਪ੍ਰੋਪਰ NGO ਦਾ ਇਹਨੂੰ ਰੂਪਰੇਖਾ ਦਿੱਤੀ ਜਾਵੇ। ਔਰ 2017 'ਚ ਇਹਨੂੰ ਅਸੀਂ ਐਜ਼ ਏ NGO UK ਵਿੱਚ ਵੀ ਔਰ ਇੰਡੀਆ ਵਿੱਚ ਰਜਿਸਟਰ ਕੀਤਾ। ਔਰ ਉਹ ਲਗਾਤਾਰ ਪਿਛਲੇ 4-5 ਸਾਲਾਂ ਤੋਂ ਅਸੀਂ ਐਜੂਕੇਸ਼ਨ, ਹੈਲਥ ਤੇ ਇਨਵਾਇਰਮੈਂਟ ਇਹਨਾਂ ਤਿੰਨਾਂ ਵਿਸ਼ਿਆਂ ਤੇ ਕੰਮ ਕਰਦੇ ਆ ਰਹੇ। ਪਰ ਇਹਦੇ ਨਾਲ ਜਿਹੜੇ ਲੋਕ ਜੁੜੇ ਹੋਏ ਨੇ ਉਹਨਾਂ ਬਾਰੇ ਵੀ ਅਸੀਂ ਜੁੜਨਾ ਚਾਹਾਂਗੇ ਕਿ ਕਿਸ ਤਰ੍ਹਾਂ ਲੋਕ ਜੁੜ ਸਕਦੇ ਨੇ ਔਰ ਜੁੜ ਰਹੇ ਨੇ ਤੁਹਾਡੇ ਨਾਲ। ਹਾਂਜੀ, ਇਹ ਸੰਸਥਾ ਜੋ ਗੁਰੂ ਨਾਨਕ ਦੇਵ ਜੀ ਦਾ ਸਾਨੂੰ ਮੈਸੇਜ ਆ ਸੇਵਾ ਦਾ, ਕਿਉਂਕਿ ਨਾ ਘਾਲ ਖਾਏ ਕਿਛ ਹੱਥੋਂ ਦੇ, ਕਿਉਂਕਿ ਇਸ ਜਿਹੜੀ ਸੰਸਥਾ ਹੈਗੀ ਇਹਦੇ 'ਚ ਸਾਡਾ ਕੋਈ ਪੇਡ ਸਟਾਫ ਮੈਂਬਰ ਨਹੀਂ ਜੀ। ਸਾਰੇ ਦੇ ਸਾਰੇ ਅਸੀਂ ਨਿਰੋਲ ਵੋਲੰਟੀਅਰ ਸੇਵਾਦਾਰ। ਔਰ UK ਵਿੱਚ ਕਾਫੀ ਪ੍ਰੋਫੈਸ਼ਨਲ ਜੋ ਸਾਡੇ ਮੈਨੇਜਮੈਂਟ ਕਮੇਟੀ ਮੈਂਬਰ ਵੋਲੰਟੀਅਰ ਜੁੜੇ ਹੋਏ ਨੇ। ਇਸ ਤਰੀਕੇ ਨਾਲ ਇੰਡੀਆ 'ਚ ਵੀ ਅਕੈਡਮਿਕ ਸਾਈਡ ਤੋਂ, ਐਜੂਕੇਸ਼ਨ ਸਾਈਡ ਤੋਂ ਸਾਡੇ ਨਾਲ ਕਾਫੀ ਵੋਲੰਟੀਅਰਸ ਜੁੜ ਚੁੱਕੇ ਨੇ ਜੀ। ਔਰ ਜੋ ਵੀ ਕੋਈ ਇਸ ਸੰਸਥਾ ਨਾਲ ਜੁੜਨਾ ਚਾਹੁੰਦਾ, ਸਾਡੀ ਡਿਟੇਲ ਵੈਬਸਾਈਟ ਤੇ ਹੈ, ਆਨਲਾਈਨ ਸੋਸ਼ਲ ਮੀਡੀਆ ਤੇ ਸੇਵਾ ਟਰੱਸਟ UK। ਔਰ ਜੋ ਸਾਡਾ ਮੇਨ ਜੋ ਮਨੋਰਥ ਹੈ ਇਸਦਾ, ਉਸ 'ਤੇ ਇੱਕ ਤਾਂ ਐਜੂਕੇਸ਼ਨ ਮੈਂ ਮੈਂਸ਼ਨ ਕੀਤਾ ਕਿ ਅਸੀਂ ਇੰਡੀਆ ਵਿੱਚ ਪੰਜਾਬ ਔਰ ਹਰਿਆਣਾ 'ਚ ਜੀ ਤਕਰੀਬਨ 500 ਤੋਂ ਵੱਧ ਬੱਚਿਆਂ ਨੂੰ ਅਸੀਂ ਐਜੂਕੇਸ਼ਨਲੀ ਸਪੋਰਟ ਕਰ ਚੁੱਕੇ ਹਾਂ। ਜੋ ਬੱਚੇ ਗਰੀਬ ਪਰਿਵਾਰਾਂ ਨਾਲ ਸੰਬੰਧ ਰੱਖਦੇ ਅਸੀਂ ਉਹਨਾਂ ਨੂੰ ਐਜੂਕੇਸ਼ਨਲ ਸਪੋਰਟ ਦਿੰਦੇ ਹਾਂ। ਕਿਉਂਕਿ ਸਾਡਾ ਇਹ ਮੰਨਣਾ ਹੈ ਕਿ ਜੇ ਅਸੀਂ ਇੱਕ ਬੱਚੇ ਨੂੰ ਐਜੂਕੇਟ ਕਰ ਦਿੰਦੇ ਹਾਂ ਤਾਂ ਕੇਵਲ ਉਸ ਬੱਚੇ ਦਾ ਭਲਾ ਨਹੀਂ ਹੁੰਦਾ, ਉਸ ਬੱਚੇ ਦੇ ਪਰਿਵਾਰ ਦਾ, ਖਾਸ ਕਰਕੇ ਬੱਚੀ, ਜੇ ਅਸੀਂ ਇੱਕ ਬੱਚੀ ਨੂੰ ਐਜੂਕੇਸ਼ਨ ਦੇ ਦਈਏ ਤਾਂ ਉਹ ਦੋ ਪਰਿਵਾਰ, ਆਪਣਾ ਪਰਿਵਾਰ, ਉਹ ਜਿਸ ਪਰਿਵਾਰ 'ਚ ਉਸਨੇ ਮੈਰਿਜ ਤੋਂ ਬਾਅਦ ਜਾਣਾ ਜੀ, ਦੋਨਾਂ ਪਰਿਵਾਰਾਂ ਦਾ ਹੈਲਪ ਹੋ ਜਾਂਦੀ ਹੈ ਔਰ ਲੌਂਗ ਟਰਮ ਸਾਡੀ ਅਗਲੀ ਜਨਰੇਸ਼ਨ 'ਤੇ ਇੰਪੈਕਟ ਪੈਂਦਾ। ਸੋ ਐਜੂਕੇਸ਼ਨ 'ਤੇ ਬਹੁਤ ਵੱਡੇ ਸਕੇਲ 'ਤੇ ਕੰਮ ਕਰ ਰਹੇ ਆ। ਉਹਦੇ ਨਾਲ ਹੀ COVID-19 ਦੀ ਜੋ ਮਹਾਂਮਾਰੀ ਸ਼ੁਰੂ ਹੋਈ ਆ, ਪਿਛਲੇ ਸਾਲ ਤੋਂ ਲਗਾਤਾਰ ਅਸੀਂ UK ਵਿੱਚ COVID-19 ਨਾਲ ਅਫੈਕਟਡ ਜੋ ਫੈਮਲੀਜ਼ ਨੇ, ਖਾਸ ਕਰਕੇ ਇੰਟਰਨੈਸ਼ਨਲ ਸਟੂਡੈਂਟ, ਇਨ ਪਾਰਟੀਕੂਲਰ ਇੰਡੀਅਨ ਸਟੂਡੈਂਟ, ਮੈਂ ਆਪ ਜੀ ਦੇ ਦਰਸ਼ਕਾਂ ਦੇ ਨੌਲੇਜ ਦੇ ਵਿੱਚ ਇਹ ਗੱਲ ਲਿਆਉਣੀ ਚਾਹੁੰਦਾ ਕਿ UK ਵਿੱਚ ਤਕਰੀਬਨ 40 ਤੋਂ 50 ਹਜ਼ਾਰ ਇੰਡੀਅਨ ਸਟੂਡੈਂਟ ਹਰ ਇੱਕ ਸਾਲ ਪੜ੍ਹਨ ਆਉਂਦਾ। ਬਿਲਕੁਲ ਬਿਲਕੁਲ। ਔਰ ਉਸ ਸਟੂਡੈਂਟ ਦੀ ਐਜੂਕੇਸ਼ਨ 'ਤੇ ਬਹੁਤ ਵੱਡਾ ਇੰਪੈਕਟ ਪਿਆ। ਪਾਰਟ ਟਾਈਮ ਜੌਬਸ ਲੂਜ਼ ਹੋ ਗਈਆਂ ਔਰ ਆਪਣੇ ਬੱਚੇ ਇੱਥੇ ਬਹੁਤ ਸਟਰਗਲ ਕਰ ਰਹੇ ਸੀ। ਉਹਨਾਂ ਨੂੰ 1 ਸਾਲ ਤੋਂ ਅਸੀਂ ਲਗਾਤਾਰ ਉਹਨਾਂ ਦੀ ਹੈਲਪ ਕਰਦੇ ਆ ਰਹੇ ਹਾਂ। ਸੋ ਇਸ ਤਰੀਕੇ ਨਾਲ ਜਿਤਨਾ ਵੀ ਸੰਭਵ ਹੋਵੇ ਇਹ ਸੰਸਥਾ ਅਸੀਂ ਨਿਰੋਲ ਸੇਵਾ ਦੇ ਤੌਰ 'ਤੇ ਹੈਲਪ ਕਰਦੇ ਆ ਰਹੇ ਹਾਂ। ਤੁਸੀਂ ਜਿਵੇਂ ਕਿਹਾ ਕਿ ਤੁਸੀਂ ਗਰੀਬ ਪਰਿਵਾਰਾਂ ਦੀ ਮਦਦ ਕਰਦੇ ਹੋ, 500 ਪਰਿਵਾਰਾਂ ਦੀ ਤੁਸੀਂ ਆਲਰੇਡੀ ਮਦਦ ਕਰ ਵੀ ਚੁੱਕੇ ਹੋ ਔਰ ਲਗਾਤਾਰ ਤੁਸੀਂ ਕਰ ਵੀ ਰਹੇ ਹੋ। ਇਹਨਾਂ ਪਰਿਵਾਰਾਂ ਦੀ ਚੋਣ ਕਿਵੇਂ ਕੀਤੀ ਜਾਂਦੀ ਹੈ? ਹਾਂ, ਬਹੁਤ ਹੀ ਰੈਲੇਵੈਂਟ ਕੁਐਸਚਨ ਆ ਤੁਹਾਡਾ, ਕਿਉਂਕਿ ਬਹੁਤ ਹੀ ਇੰਪੋਰਟੈਂਟ ਹੁੰਦਾ ਕਿ ਸੰਸਥਾ ਜਦੋਂ ਅਸੀਂ ਕੋਈ ਵੀ ਸੰਸਥਾ ਚਲਾਉਂਦੇ ਹਾਂ, ਇਸ ਦਾ ਜਿਹੜਾ ਬੈਨੀਫਿਟ ਆ ਉਹ ਸਹੀ ਪਰਿਵਾਰਾਂ ਨੂੰ ਪਹੁੰਚੇ। ਸੋ ਇਸ ਕਰਕੇ ਸਾਡਾ ਜੋ ਚੋਣ ਦਾ ਪ੍ਰਕਿਰਿਆ ਹੈ, ਚੋਣ ਦਾ ਜੋ ਕ੍ਰਾਈਟੇਰੀਆ ਹੈ, ਬਹੁਤ ਹੀ ਯੂਨੀਕ ਹੈ ਜੀ।
ਅਸੀਂ ਉਹਨਾਂ ਪਰਿਵਾਰਾਂ ਦੇ ਬੱਚੇ ਚੁਣਦੇ ਆ ਜਿਹੜੇ ਪਰਿਵਾਰ ਬਹੁਤ ਹੀ ਗਰੀਬੀ ਸਿਚੁਏਸ਼ਨਸ ਰਹਿ ਰਹੇ ਨੇ, ਜਿਨ੍ਹਾਂ ਪਰਿਵਾਰਾਂ 'ਚ ਕੋਈ ਰੈਗੂਲਰ ਇਨਕਮ ਦਾ ਸਾਧਨ ਨਹੀਂ। ਔਰ ਉਸ ਤੋਂ ਬਿਨਾਂ ਸਾਡਾ ਵੈਰੀਫਿਕੇਸ਼ਨ ਪ੍ਰੋਸੈਸ ਬਹੁਤ ਯੂਨੀਕ ਆ। ਸਾਡੇ ਜੋ ਵੋਲੰਟੀਅਰਸ ਹਨ ਘਰ ਜਾ ਕੇ ਉਹਨਾਂ ਪਰਿਵਾਰਾਂ ਦੇ ਪੇਰੈਂਟਸ ਨਾਲ ਗੱਲਬਾਤ ਕਰਦੇ ਆ। ਉਸ ਤੋਂ ਬਿਨਾਂ ਅਸੀਂ ਜੋ ਪਿੰਡ ਦੀ ਪੰਚਾਇਤ ਹੈ ਉਹਨਾਂ ਪਰਿਵਾਰਾਂ ਬਾਰੇ ਤੁਹਾਡੇ ਕੋਲ ਇਨਫੋਰਮੇਸ਼ਨ ਕਿਵੇਂ ਪਹੁੰਚਦੀ ਹੈ? ਜਿਹੜੇ ਤੁਹਾਡੇ ਵਲੰਟੀਅਰਸ ਆ ਉਹਨਾਂ ਕੋਲ ਇਨਫੋਰਮੇਸ਼ਨ ਕਿਵੇਂ ਪਹੁੰਚਦੀ ਹੈ ਕਿ ਇਸ ਪਰਟੀਕੂਲਰ ਇਸ ਪਰਿਵਾਰ ਨੂੰ ਮਦਦ ਦੀ ਦਰਕਾਰ ਹੈ? ਹਾਂ ਬਿਲਕੁਲ, ਉਹਨਾਂ ਦੇ 'ਚ ਇਹ ਅਸੀਂ ਮੈਂ ਐਗਜ਼ਾਮਪਲ ਦਿੰਦਾ ਪੰਜਾਬ ਦੀ। ਅਸੀਂ ਪੰਜਾਬ 'ਚ ਪੱਖੋਵਾਲ ਬਲਾਕ ਆ, ਉਹਦੇ ਵਿੱਚ ਤਕਰੀਬਨ 45-50 ਦੇ ਕਰੀਬ ਪਿੰਡ ਹੈਗੇ ਆ। ਉਹਨਾਂ ਬਲਾਕਸ ਦੇ ਵਿੱਚ ਅਸੀਂ ਇਹ ਕੰਮ ਸ਼ੁਰੂ ਕੀਤਾ ਪਹਿਲਾਂ ਵੀ ਲੈਟਸ ਵਰਕ ਔਨ ਏਰੀਆ ਬੇਸਿਸ ਜੀ। ਇੱਕ ਏਰੀਆ ਨੂੰ ਪਕੜ ਲਓ, ਉਸ ਏਰੀਏ ਦੇ ਜਿੰਨੇ ਵੀ ਪਿੰਡ ਹੈਗੇ ਉਹਨਾਂ ਪਿੰਡਾਂ ਦੇ ਬੱਚਿਆਂ ਨੂੰ ਤੁਸੀਂ ਸਪੋਰਟ ਕਰੋ ਜੀ। ਸੋ ਉਹਨਾਂ ਏਰੀਆ ਦੇ ਵਿੱਚ ਅਸੀਂ ਇਹ ਇਨਫੋਰਮੇਸ਼ਨ ਸ਼ੇਅਰ ਕੀਤੀ ਹੋਈ ਆ ਵੀ ਸੇਵਾ ਟਰਸਟ ਦੀ ਚੈਰਿਟੀ ਸਕੂਲਾਂ ਨਾਲ, ਖਾਸ ਕਰਕੇ ਪ੍ਰਾਇਮਰੀ ਸਕੂਲ ਔਰ ਹਾਈ ਸਕੂਲ ਸਕੂਲਾਂ ਨੂੰ ਇਨਫੋਰਮੇਸ਼ਨ ਸ਼ੇਅਰ ਕਰਦੇ ਆ ਵੀ ਸੇਵਾ ਟਰਸਟ ਨੇ ਬੱਚੇ ਆਈਡੈਂਟੀਫਾਈ ਕਰਨੇ ਆ, ਤੁਸੀਂ ਸਾਡੀ ਹੈਲਪ ਕਰੋ। ਸੋ ਦੈਟ ਇਜ਼ ਅ ਸਟਾਰਟਿੰਗ ਪੁਆਇੰਟ ਫਰੋਮ ਦੀ ਐਜੂਕੇਸ਼ਨਲ ਐਸਟੈਬਲਿਸ਼ਮੈਂਟਸ। ਠੀਕ ਹੈ, ਠੀਕ ਹੈ, ਇਹ ਤਾਂ ਗੱਲ ਰਹਿ ਗਈ ਇਹ ਤੁਹਾਡੇ ਐਜੂਕੇਸ਼ਨ ਸਿਸਟਮ ਦੀ। ਇਸ ਤੋਂ ਇਲਾਵਾ ਜੇਕਰ ਹੋਰ NGOs ਦੀ ਗੱਲ ਕੀਤੀ ਜਾਏ, ਕਿਉਂਕਿ ਵੱਖ-ਵੱਖ ਲੋਕਾਂ ਦੀ ਸ਼ਿਕਾਇਤ ਹੁੰਦੀ ਹੈ ਕਿ NGOs ਕੋਲ ਪੈਸਾ ਤਾਂ ਬਥੇਰਾ ਹੁੰਦਾ ਪਰ ਜਿਹੜਾ ਖਰਚਣ ਦਾ ਸਮਾਂ ਹੁੰਦਾ ਉਹ ਜਾਂ ਤਾਂ ਖਰਚਣਾ ਚਾਹੁੰਦੇ ਨਹੀਂ ਹੈਗੇ ਜਾਂ ਆਪਸ ਵਿੱਚ ਹੀ ਵੰਡ ਲਈ ਜਾਂਦੀ ਹੈ। ਉਹਨਾਂ NGOs ਨੂੰ ਤੁਸੀਂ ਕੀ ਜਵਾਬ ਦੇਣਾ ਚਾਹੋਗੇ ਔਰ ਉਹਨਾਂ ਲੋਕਾਂ ਨੂੰ ਕੀ ਜਵਾਬ ਦੇਣਾ ਚਾਹੋਗੇ ਜੋ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਕਰਦੇ ਨੇ? ਮੈਂ ਦੋ ਗੱਲਾਂ ਇਸ ਬਾਰੇ ਕਹਿਣੀਆਂ ਚਾਹੁੰਦਾ। ਪਹਿਲੀ ਗੱਲ ਤਾਂ ਜਿਹੜੀ ਉਹਨਾਂ ਦੀ ਸ਼ਿਕਾਇਤ ਆ ਬਹੁਤ ਜਾਇਜ਼ ਆ। ਉਹਦਾ ਕਾਰਨ ਇਹ ਆ ਵੀ ਜਦੋਂ ਕੋਈ ਡੋਨੇਸ਼ਨ ਦਿੰਦਾ ਤਾਂ ਉਹ ਐਕਸਪੈਕਟ ਇਹ ਕਰਦਾ ਵੀ ਉਹਦਾ ਜਿਹੜਾ ਡੋਨੇਟ ਕੀਤਾ, ਦਾਨ ਕੀਤਾ ਪੈਸਾ ਸਹੀ ਥਾਂ ਤੇ ਲੱਗੇ ਜੀ। ਸੋ ਜਦੋਂ ਤੱਕ ਕੋਈ ਸ਼ਿਕਾਇਤ ਨਹੀਂ ਆਉਂਦੀ ਹੈਗੀ, ਮੈਂ ਇਹ ਸਮਝਦਾ ਕਿ ਤੁਹਾਡੀ ਫੰਕਸ਼ਨਿੰਗ ਠੀਕ ਨਹੀਂ। ਸੋ ਫੀਡਬੈਕ ਐਂਡ ਸ਼ਿਕਾਇਤ ਇਜ਼ ਪਾਰਟ ਐਂਡ ਪਾਰਸਲ ਆਫ ਯੋਰ ਸਿਸਟਮ, ਯੂ ਮਸਟ ਐਕਸੈਪਟ ਦੈਟ ਜੀ। ਔਰ ਦੂਸਰਾ ਪਹਿਲੂ ਇਹਦਾ ਇਹ ਹੈ ਵੀ ਜਦੋਂ ਤੁਸੀਂ ਕਿਸੇ ਤੋਂ ਦਾਨ ਲੈਂਦੇ ਹੋ ਤਾਂ ਤੁਹਾਡੀ ਟਰਾਂਸਪੇਰੈਂਸੀ ਬਹੁਤ ਇੰਪੋਰਟੈਂਟ। ਬਿਲਕੁਲ, ਮੈਂ ਸੇਵਾ ਟਰਸਟ ਬਾਰੇ ਐਗਜ਼ਾਮਪਲ ਦੇ ਸਕਦਾ ਵੀ ਜਦੋਂ ਕੋਈ ਵੀ ਸਾਡੇ ਕੋਲ ਡੋਨੇਸ਼ਨ ਆਉਂਦੀ ਆ, ਉਹਦੀ ਸਾਡੀ ਐਨੂਅਲ ਰਿਪੋਰਟ ਅਸੀਂ ਤਿਆਰ ਕਰਦੇ ਹਾਂ, ਪੂਰਾ ਉਹਦਾ ਖਰਚਾ ਦੱਸਦੇ ਹਾਂ ਵੀ ਕਿੱਥੇ ਕਿੱਥੇ ਖਰਚ ਹੋਇਆ, ਉਹਦੀ ਡੋਨੇਸ਼ਨ ਕਿਸ ਤਰੀਕੇ ਨਾਲ ਡੋਨੇਸ਼ਨ ਆਈ ਹੈ ਜੀ। ਸੋ ਹਰ ਇੱਕ NGO ਲਈ ਇਹ ਟਰਾਂਸਪੇਰੈਂਸੀ ਬਹੁਤ ਇੰਪੋਰਟੈਂਟ ਹੈ। ਔਰ ਦੂਸਰਾ ਹੈ ਉਸ ਦੀ ਮੋਨੀਟਰਿੰਗ, ਕਿਉਂਕਿ ਇੱਕ ਵਾਰ ਜਦੋਂ ਤੁਸੀਂ ਕਿਸੇ ਬੱਚੇ ਨੂੰ ਜਾਂ ਪਰਿਵਾਰ ਨੂੰ ਜਦੋਂ ਤੁਸੀਂ ਕੋਈ ਸਪੋਰਟ ਦੇਤੀ ਤਾਂ ਇਹ ਨਹੀਂ ਹੈ ਕਿ ਵਨ ਆਫ ਤੁਸੀਂ ਉੱਥੇ ਫੋਟੋਆਂ ਖਿਚਾ ਲਈਆਂ, ਉਸ ਤੋਂ ਬਿਨਾਂ ਚੈੱਕ ਡਿਸਟਰੀਬਿਊਟ ਕਰਤੇ, ਦੈਟ ਇਜ਼ ਜਸਟ ਅ ਬਿਗਨਿੰਗ। ਔਰ ਤੁਸੀਂ ਉਹਦੀ ਲਗਾਤਾਰ ਪ੍ਰੋਗਰੈਸ ਮੋਨੀਟਰ ਕਰੋ ਔਰ ਉਹਦੀ ਫੀਡਬੈਕ ਆਪਣੇ ਡੋਨਰਸ ਨੂੰ ਜਾਂ ਆਪਣੀ ਜੋ ਸੰਸਥਾ ਦੇ ਸਿਸਟਮ ਹੈ ਉਹਦੇ ਅਕੋਰਡਿੰਗਲੀ ਦਿਓ, ਤਾਂ ਕਿ ਲੋਕਾਂ ਤੱਕ ਇਹ ਗੱਲ ਪਹੁੰਚੇ ਕਿ ਜੋ ਤੁਸੀਂ ਹੈਲਪ ਕੀਤੀ ਸੀ ਉਹਦਾ ਬੈਨੀਫਿਟ ਬਾਕੀਆਂ ਨੂੰ ਮਿਲ ਰਿਹਾ। ਠੀਕ ਹੈ, ਇਹ ਤਾਂ ਗੱਲ ਰਹੀ ਤੁਹਾਡੀ ਸੇਵਾ ਟਰਸਟ ਦੀ ਔਰ ਬਾਕੀ NGOs ਦੀ। ਪਰ ਹੁਣ ਅਸੀਂ ਗੱਲ ਕਰੀਏ ਜੇਕਰ ਕਿਸਾਨਾਂ ਦੀ, ਤਾਂ ਕਿਸਾਨਾਂ ਬਾਰੇ ਸੇਵਾ ਟਰਸਟ ਦੀ ਕੀ ਸੋਚ ਹੈ, ਸੇਵਾ ਟਰਸਟ ਦੇ ਮੈਂਬਰਾਂ ਦੀ ਕੀ ਸੋਚ ਹੈ? ਕਿਉਂਕਿ ਕਿਸਾਨਾਂ ਦਾ ਮੁੱਦਾ ਅੱਜ ਪੂਰੀ ਦੁਨੀਆ ਦੇਖ ਰਹੀ ਹੈ। ਕਿਸਾਨਾਂ ਦਾ ਜਿਹੜਾ ਮੁੱਦਾ ਹੈਗਾ ਉਹ ਸਿਰਫ ਭਾਰਤ ਤੱਕ ਹੀ ਸੀਮਤ ਨਹੀਂ ਰਿਹਾ। ਭਾਵੇਂ ਅਸੀਂ ਗੱਲ ਕਰੀਏ ਕੈਨੇਡਾ ਦੀ, ਅਮਰੀਕਾ ਦੀ, UK ਦੀ, ਆਸਟ੍ਰੇਲੀਆ ਦੀ, ਹਰ ਪਾਸੇ ਕਿਸਾਨਾਂ ਦੇ ਸਪੋਰਟ ਵਿੱਚ ਜਿਹੜਾ ਭਾਰਤੀ ਭਾਈਚਾਰਾ ਉਹ ਵੀ ਖੁੱਲ੍ਹ ਕੇ ਸਾਹਮਣੇ ਆ ਰਿਹਾ ਅਤੇ ਹੋਰ ਭਾਈਚਾਰੇ ਦੇ ਲੋਕ ਵੀ ਖੁੱਲ੍ਹ ਕੇ ਸਾਹਮਣੇ ਆ ਰਹੇ ਨੇ। ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ, ਕਿਸਾਨਾਂ ਦਾ ਮੁੱਦਾ, ਇਹਦੀ ਸਿੰਪਥੀ ਸਾਰੇ ਵਰਲਡ ਵਿੱਚ ਜਿਸ ਤਰੀਕੇ ਨਾਲ ਤੁਸੀਂ ਮੈਂਸ਼ਨ ਕੀਤਾ ਮੈਂ ਰਿਪੀਟ ਨਹੀਂ ਕਰਾਂਗਾ, ਇਹਨੂੰ ਬਹੁਤ ਸਪੋਰਟ ਮਿਲ ਰਹੀ ਆ। ਔਰ ਉਹਦੇ ਲਈ ਅਸੀਂ ਜੋ ਉਪਰਾਲਾ ਸੇਵਾ ਟਰਸਟ ਵੱਲੋਂ ਜੋ ਉਪਰਾਲਾ ਹੋਇਆ, ਸੇਵਾ ਟਰਸਟ ਦੇ ਮੈਂਬਰਾਂ ਵੱਲੋਂ ਜਾਂ ਸਾਡੀ ਟਰਸਟੀ ਵੱਲੋਂ, ਉਹ ਉਪਰਾਲਾ ਇਹ ਆ ਕਿ ਅਸੀਂ ਜੋ ਸਾਡਾ ਭਾਰਤੀ ਹਾਈ ਕਮਿਸ਼ਨ ਹੈ UK 'ਚ ਜੀ, ਉਹਨਾਂ ਨੂੰ ਅਸੀਂ ਲਿਖਤੀ ਰੂਪ ਵਿੱਚ ਰਿਪਰੈਜ਼ੈਂਟੇਸ਼ਨ ਦਿੱਤੀ ਹੈ। ਕਿਉਂਕਿ ਮੇਰਾ ਇਹ ਮੰਨਣਾ ਹੈ ਕਿ ਜਦੋਂ ਅਸੀਂ ਕੋਈ ਵੀ ਪ੍ਰੋਟੈਸਟ ਕਰਦੇ ਹਾਂ ਜਾਂ ਅਸੀਂ ਕੋਈ ਲਾਅ ਵਗੈਰਾ ਚੇਂਜ ਕਰਦੇ ਹਾਂ ਤਾਂ ਉਸ ਦਾ ਜੋ ਪ੍ਰੋਟੋਕੋਲਸ ਹੈ, ਜੋ ਸਿਸਟਮ ਹੈ ਉਹਨੂੰ ਫੋਲੋ ਕਰੀਏ। ਠੀਕ ਹੈ, ਇੱਥੇ ਅਸੀਂ ਅੰਦੋਲਨ ਕਿਸਾਨ ਕਰ ਰਹੇ ਹਨ, ਉਹਦੇ ਨਾਲ ਨਾਲ ਜਿਸ ਤਰੀਕੇ ਨਾਲ ਉਹਨਾਂ ਦੀ ਗੱਲਬਾਤ ਚੱਲ ਰਹੀ ਹੈ ਗਵਰਨਮੈਂਟ ਦੀ ਨੈਗੋਸੀਏਸ਼ਨ, ਇਸ ਤਰੀਕੇ ਨਾਲ ਅਸੀਂ ਇਹ ਡਿਸਾਈਡ ਕੀਤਾ ਕਿ ਇਨ ਰਾਈਟਿੰਗ ਕਿ ਜੋ ਸਾਨੂੰ ਲੱਗਦਾ ਕਿ ਇਹਦੇ ਵਿੱਚ ਚੇਂਜਸ ਹੋਣੀਆਂ ਚਾਹੀਦੀਆਂ ਨੇ, ਕਿਉਂਕਿ ਹਰ ਇੱਕ ਦਾ ਕਿਸੇ ਵੀ ਚੀਜ਼ ਦਾ ਹੱਲ ਡਾਇਲੋਗ ਨਾਲ ਹੀ ਨਿਕਲੂਗਾ। ਸੋ ਅਸੀਂ ਇੱਕ ਬਹੁਤ ਹੀ ਡਿਟੇਲਡ ਲੈਟਰ UK ਦੇ ਤਕਰੀਬਨ 25 ਉਹਦੇ 'ਚ ਪ੍ਰੋਮੀਨੈਂਟ ਮੈਂਬਰ ਸੀ ਜਿਨ੍ਹਾਂ ਨੇ ਜੁਆਇੰਟਲੀ ਇਹ ਲੈਟਰ ਸਾਈਨ ਕੀਤੀ ਹੈ। ਔਰ ਉਸ ਤੋਂ ਬਿਨਾਂ ਇੱਕ ਜੁਆਇੰਟ ਲੈਟਰ ਹੈ ਜੋ ਤਕਰੀਬਨ 50-55 ਕੌਂਸਲਰਾਂ ਨੇ, ਮੈਂ ਆਪ ਜੀ ਦੇ ਦਰਸ਼ਕਾਂ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਕਿ ਮੈਂ ਪਿਛਲੇ 20 ਸਾਲ ਤੋਂ ਐਜ਼ ਏ ਲੋਕਲ ਕੌਂਸਲਰ ਵੀ ਸੇਵਾ ਨਿਭਾ ਰਿਹਾ ਜੀ। ਔਰ ਇਹ ਜੁਆਇੰਟ ਲੈਟਰ ਅਸੀਂ ਕੌਂਸਲਰ ਵੱਲੋਂ ਵੀ ਭਾਰਤੀ ਹਾਈ ਕਮਿਸ਼ਨ ਨੂੰ ਦਿੱਤੀ ਹੈ, ਜਿਸ ਵਿੱਚ ਸਾਰੀਆਂ ਡਿਟੇਲਸ ਵੀ ਇਸ ਬਿੱਲ ਦੇ ਵਿੱਚ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਦਾ ਰਿਫਾਰਮ ਹੋਣਾ ਬਹੁਤ ਜ਼ਰੂਰੀ ਆ। ਜਿਹਨੂੰ ਕਹਿ ਲਈਏ ਆਪਾਂ ਪ੍ਰੋਪਰ ਐਵੀਡੈਂਸ, ਇਹ ਅਸੀਂ ਇੱਕ ਬਹੁਤ ਡਿਟੇਲ ਪੱਤਰ ਦੇ ਚੁੱਕੇ ਜੋ ਕਿ ਸਾਰੇ ਸਮੁੱਚੇ ਵਰਲਡ ਮੀਡੀਆ ਵਿੱਚ ਇਹ ਹਾਈਲਾਈਟ ਹੋਇਆ।
ਔਰ ਉਸ ਤੋਂ ਬਿਨਾਂ ਅਸੀਂ ਉਹਨਾਂ ਨਾਲ ਸੰਪਰਕ ਰੱਖਿਆ ਹੈ ਭਾਰਤੀ ਹਾਈ ਕਮਿਸ਼ਨ ਨਾਲ, ਕਿਉਂਕਿ ਮੇਰਾ ਇਹ ਮੰਨਣਾ ਕਿ ਡਾਇਲੋਗ ਬਹੁਤ ਇੰਪੋਰਟੈਂਟ ਹੈ ਕਿ ਐਂਡ ਆਫ ਦਾ ਡੇ ਜਿਹੜੀ ਕੋਈ ਵੀ ਗੱਲ ਦੀ ਸੋਲੂਸ਼ਨ ਹੋਣਾ ਉਹ ਡਾਇਲੋਗ ਨਾਲ ਹੀ ਹੋਣਾ। ਔਰ ਅਸੀਂ ਜੋ ਸੇਵਾ ਟਰਸਟ ਵੱਲੋਂ ਇੱਥੇ ਅਸੀਂ ਕਰ ਸਕਦੇ ਹਾਂ ਉਹ ਅਸੀਂ ਭਾਰਤੀ ਹਾਈ ਕਮਿਸ਼ਨ ਦੇ ਥਰੂ ਜਾਂ ਹੋਰ ਸੰਸਥਾਵਾਂ ਦੇ ਥਰੂ ਜਿੰਨਾ ਮਤਲਬ ਅਸੀਂ ਕਰ ਸਕਦੇ ਇੱਥੋਂ ਕਰ ਰਹੇ ਹਾਂ। ਭਾਰਤ ਸਰਕਾਰ ਦਾ ਕਹਿਣਾ ਹੈ ਔਰ ਭਾਰਤੀ ਕਈ ਵੱਖ-ਵੱਖ ਮੀਡੀਆ ਦਾ ਕਹਿਣਾ ਹੈ ਚੈਨਲ ਕਿ ਜਿਹੜੇ NRIs ਖੁੱਲ੍ਹ ਕੇ ਸਾਹਮਣੇ ਆ ਰਹੇ ਨੇ ਕਿਸਾਨਾਂ ਦੀ ਸਪੋਰਟ ਵਿੱਚ, ਉਹ ਸਰਾਸਰ ਗਲਤ ਹੈ। ਉਹਨਾਂ ਨੂੰ ਤੁਸੀਂ ਕੀ ਜਵਾਬ ਦੇਣਾ ਚਾਹੋਗੇ ਜਾਂ ਉਸ ਬਾਰੇ ਕੀ ਤੁਸੀਂ ਸੋਚ ਰੱਖਦੇ ਹੋ? ਕਿਉਂਕਿ ਮੀਡੀਆ ਦਾ ਸਾਫ਼ ਤੌਰ 'ਤੇ ਕਹਿਣਾ ਹੈ, ਸਰਕਾਰੀ ਤੰਤਰ ਦਾ ਸਾਫ਼ ਤੌਰ 'ਤੇ ਕਹਿਣਾ ਹੈ ਕਿ ਜਿਹੜੇ NRI ਸਪੋਰਟ ਕਰ ਰਹੇ ਨੇ ਉਹਨਾਂ ਦਾ ਕੋਈ ਹੱਕ ਹੀ ਨਹੀਂ ਬਣਦਾ, ਕਿਉਂਕਿ ਉਹ 30-35 ਸਾਲ ਪਹਿਲਾਂ ਭਾਰਤ ਛੱਡ ਚੁੱਕੇ ਨੇ ਅਤੇ ਹੁਣ ਭਾਰਤ ਦੀਆਂ ਨੀਤੀਆਂ, ਭਾਰਤ ਦੇ ਲਾਜ਼, ਭਾਰਤ ਦੀ ਜਿਹੜੀ ਸਰਕਾਰ ਹੈ ਅਗਰ ਵੱਖ-ਵੱਖ ਲਾਜ਼ ਬਣਾਉਂਦੀ ਹੈ ਤਾਂ NRIs ਉਸ ਵਿੱਚ ਦਖਲ ਕਿਉਂ ਦਿੰਦੇ ਨੇ? ਕੀ ਕਹਿਣਾ ਚਾਹੋਗੇ ਇਸ ਬਾਰੇ? ਹਾਂ, ਇਹ ਜਿਹੜੇ ਵਿਚਾਰ ਨੇ ਮੈਂ ਆਪਣੇ ਪਰਸਨਲ ਵਿਚਾਰ ਦੇ ਰਿਹਾ, ਮੈਂ ਕੋਈ ਸੰਸਥਾ ਦੇ ਬਿਹਾਫ ਤੇ ਇਹ ਗੱਲਾਂ ਨਹੀਂ ਕਹਿ ਰਿਹਾ, ਕਿਉਂਕਿ ਜੋ ਸਾਡੀ ਸੇਵਾ ਟਰਸਟ ਦੀ ਜੋ ਨੀਤੀ ਹੈ ਉਹ ਕਲੀਅਰ ਹੈ ਕਿ ਅਸੀਂ ਕਿਸ ਤਰੀਕੇ ਨਾਲ ਇਹਨੂੰ ਟੈਕਲ ਕਰਨਾ। ਔਰ ਮੈਂ ਪਰਸਨਲ ਵਿਊ ਆਪ ਨੂੰ ਦੇ ਰਿਹਾ ਜੀ। ਉਹ ਵਿਊ ਇਹ ਹੈ ਕਿ ਸਾਡੇ ਜੋ ਰੂਟਸ ਨੇ ਜੀ, ਹਰ ਇੱਕ ਦੇ ਰੂਟਸ ਸਾਡੇ ਇੰਡੀਆਜ਼ ਨੇ। ਜਦੋਂ ਇੰਡੀਆ ਚੋਂ ਕੋਈ ਵਧੀਆ ਖਬਰ ਆਉਂਦੀ ਹੈ ਸਾਨੂੰ ਬਹੁਤ ਖੁਸ਼ੀ ਮਿਲਦੀ ਆ, ਪ੍ਰਾਊਡ ਮਹਿਸੂਸ ਹੁੰਦਾ। ਕੋਈ ਇੰਡੀਆ ਨੇ ਕੋਈ ਅਚੀਵ ਕੀਤਾ, ਬਹੁਤ ਪ੍ਰਾਊਡ ਮਹਿਸੂਸ ਹੁੰਦਾ। ਜਦੋਂ ਕੋਈ ਉੱਥੇ ਦੁਖਦਾਈ ਘਟਨਾ ਹੁੰਦੀ ਆ ਤਾਂ ਮਨ ਬਲੁੰਦਰਿਆ ਜਾਂਦਾ। ਇਸ ਕਰਕੇ ਸਾਡਾ ਜੋ ਆਤਮਿਕ ਮੋਹ ਹੈ, ਜਿਹਨੂੰ ਕਹਿ ਲਈਏ ਸਾਡੀ ਜਨਮ ਭੂਮੀ ਹੈ, ਉਹਦੇ ਨਾਲ ਨੈਚੁਰਲ ਹੈ ਕਿ ਉਹਦੇ ਨਾਲ ਅਟੈਚਮੈਂਟ ਸਾਡੀ ਹੋਣੀ ਬਹੁਤ ਜ਼ਰੂਰੀ ਹੈ, ਲਾਜ਼ਮੀ ਹੈ ਜੀ। ਔਰ ਇਹ ਇੱਕ ਮੈਂ ਸਮਝਦਾ ਕਿ ਸਾਡਾ ਇੱਕ ਹੱਕ ਵੀ ਹੈ ਕਿ ਜੇ ਪੰਜਾਬ ਵਿੱਚ ਜਾਂ ਇੰਡੀਆ ਵਿੱਚ ਕੋਈ ਐਸੀ ਚੀਜ਼ ਹੋ ਰਹੀ ਹੈ ਜਿਸ ਨੂੰ ਅਸੀਂ ਬਦਲਣਾ ਚਾਹੁੰਦੇ ਹਾਂ, ਉਸ ਲਈ ਸਾਡੀ ਜੋ ਆਵਾਜ਼ ਵਿਦਨ ਕਨਸਟੀਟਿਊਸ਼ਨਲ ਸਿਸਟਮ, ਮੈਂ ਵਾਇਲੈਂਸ ਤੇ ਟੋਟਲ ਅਗੇਂਸਟ ਹਾਂ। ਪੀਸਫੁਲ ਮੀਨਸ ਨਾਲ ਇਹ ਬਿਲਕੁਲ ਸਾਡਾ ਹੱਕ ਬਣਦਾ NRIs ਦਾ, ਕਿਉਂਕਿ ਸਾਡਾ ਆਪਣਾ ਮੁਲਕ ਆ, ਅਸੀਂ ਉੱਥੇ ਜੰਮੇ ਪਲੇ ਆ, ਸਾਡੀ ਜਨਮ ਭੂਮੀ ਆ। ਔਰ ਉੱਥੇ ਦੇ ਮੈਂ ਇੱਕ ਹੋਰ ਐਗਜ਼ਾਮਪਲ ਸਾਂਝੀ ਕਰਨਾ ਕਿ ਸੇਵਾ ਟਰਸਟ ਸੰਸਥਾ ਅਸੀਂ ਬਣਾਈ ਹੈ, ਠੀਕ ਹੈ। ਔਰ ਪਿਛਲੇ 5 ਸਾਲਾਂ ਤੋਂ ਅਸੀਂ ਉੱਥੇ ਜਨਮ ਭੂਮੀ ਜਾ ਕੇ ਬੱਚਿਆਂ ਦੀ ਹੈਲਪ ਕਰ ਰਹੇ ਹਾਂ। ਉਦੋਂ ਤਾਂ ਸਾਨੂੰ ਕਿਸੇ ਨੇ ਕਿਹਾ ਨਹੀਂ ਵੀ ਤੁਸੀਂ ਇੱਥੇ ਨਾ ਆਓ, ਪੈਸੇ ਨਾ ਇਨਵੈਸਟ ਕਰੋ ਜਾਂ ਬੱਚਿਆਂ ਨੂੰ ਗ੍ਰਾਂਟਸ ਨਾ ਦਿਓ, ਤੁਹਾਡਾ ਕੀ ਹੱਕ ਹੈ ਇੱਥੇ ਇੰਟਰਫੇਅਰ ਕਰਨ ਦਾ। ਸੋ ਇਹ ਸਾਡਾ ਆਪਣਾ ਕੰਟਰੀ ਹੈ, ਸਾਡੀ ਆਪਣੀ ਜਨਮ ਭੂਮੀ ਹੈ ਔਰ ਉੱਥੋਂ ਦੇ ਮਸਲੇ ਸਾਡੇ ਆਪਣੇ ਹਨ। ਸਾਡੇ ਬਹੁਤ ਪਰਿਵਾਰ ਨੇ ਸਾਰੇ ਵਰਲਡ 'ਚ, ਜੋ ਜਿਤਨੇ ਵੀ NRI ਬੈਠੇ ਆ, ਕਿਸੇ ਨਾ ਕਿਸੇ ਤਰੀਕੇ ਨਾਲ ਉਹ ਫਾਰਮਿੰਗ ਨਾਲ ਜੁੜੇ ਹੋਏ, ਉਹਨਾਂ ਦਾ ਬੈਕਗਰਾਊਂਡ ਫਾਰਮਿੰਗ ਕਮਿਊਨਿਟੀ ਨਾਲ ਹੈ ਜਾਂ ਫਾਰਮਿੰਗ ਫੈਮਿਲੀ ਨੂੰ ਬਿਲੋਂਗ ਕਰਦੇ ਹਨ। ਸੋ ਡਾਇਰੈਕਟਲੀ ਐਂਡ ਇਨਡਾਇਰੈਕਟਲੀ ਅਸੀਂ ਇਨਵੋਲਵ ਹੈਗੇ ਹਾਂ ਔਰ ਇਹ ਸਾਡਾ ਪੂਰਾ ਰਾਈਟ ਬਣਦਾ ਕਿ ਵਿਦਨ ਕਨਸਟੀਟਿਊਸ਼ਨਲ ਸਿਸਟਮ ਅਸੀਂ ਮਤਲਬ ਇਹ ਨਹੀਂ ਮੈਂ ਕਹਿ ਰਿਹਾ ਵੀ ਇੰਡੀਆ ਦੇ ਕਨਸਟੀਟਿਊਸ਼ਨ ਤੋਂ ਬਾਹਰ ਜਾ ਕੇ ਜਾਂ ਅਸੀਂ ਵਾਇਲੈਂਸ ਤਰੀਕੇ ਨਾਲ ਇਹਨੂੰ ਕਰੀਏ ਜਾਂ ਅਸੀਂ ਇੰਡੀਆ ਨੂੰ ਬ੍ਰੇਕਅਪ ਕਰਨ ਦੀਆਂ ਗੱਲਾਂ ਕਰੀਏ। ਆਈ ਐਮ ਟੋਟਲੀ ਅਗੇਂਸਟ ਦੈਟ। ਪਰ ਵਿਦਨ ਦੈਟ ਰੀਮਿਟ ਆਈ ਥਿੰਕ ਮੇਰਾ ਔਰ ਮੇਰੇ ਵਰਗੇ ਬਹੁਤ NRIs ਦਾ ਇਹ ਪੂਰਾ ਹੱਕ ਬਣਦਾ ਕਿ ਅਸੀਂ ਜੋ ਫਾਰਮਿੰਗ ਰਿਫਾਰਮ ਤੋਂ ਬਿਨਾਂ ਹੋਰ ਵੀ ਮਸਲੇ ਹਨ, ਕੇਵਲ ਉਹਨਾਂ ਮਸਲਿਆਂ ਲਈ ਅਸੀਂ ਉਹਨਾਂ ਨਾਲ ਰਾਬਤਾ ਰੱਖੀਏ ਔਰ ਇਸ ਬਾਰੇ ਆਪਣੀ ਇਨਪੁਟ ਦੇਈਏ ਜੀ। ਤੁਹਾਡਾ ਵੀ ਜੀ ਕੈਮਰਾ ਆਫ ਹੋ ਗਿਆ ਜੀ। ਇੱਕ ਗੱਲ ਮੈਂ ਇੱਥੇ ਹੋਰ ਜਾਣਨਾ ਚਾਹਾਂਗਾ, ਕਿਉਂਕਿ ਕਿਸਾਨਾਂ ਤੋਂ ਬਾਅਦ ਜੇਕਰ ਮੈਂ ਕੋਵਿਡ ਦੀ ਗੱਲ ਨਾ ਕਰਾਂ, ਮੈਨੂੰ ਲੱਗਦਾ ਹੈ ਸਾਡੀ ਡਿਸਕਸ਼ਨ ਜੇ ਕਾਫੀ ਅਧੂਰੀ ਰਹਿ ਗਈ, ਕਿਉਂਕਿ UK ਵੀ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਔਰ ਇੱਥੇ ਸਿਰਫ ਦੋ ਭਾਈਚਾਰੇ ਨਹੀਂ ਬਲਕਿ ਪੂਰੇ ਦੇ ਪੂਰੇ UK ਵਿੱਚ ਅਸੀਂ ਗੱਲ ਕਰੀਏ ਤਾਂ ਸਭ ਤੋਂ ਵੱਧ ਜਿਹੜਾ COVID-19 ਦਾ ਪ੍ਰਭਾਵ ਪਿਆ BAME ਦੇ ਉੱਤੇ, ਯਾਨੀ ਕਿ ਬਲੈਕ ਏਸ਼ੀਅਨ ਐਥਨਿਕ ਮਿਨੋਰਿਟੀ ਜਿਹੜੀ ਹੈਗੀ ਹੈ, ਇਹਦੇ ਉੱਤੇ ਸਭ ਤੋਂ ਜ਼ਿਆਦਾ ਜਿਹੜਾ ਅਸਰ ਵੇਖਣ ਨੂੰ ਮਿਲਿਆ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਹਾਂ, ਇਹ ਬਹੁਤ ਹੀ ਗੰਭੀਰ ਸਮੱਸਿਆ UK ਵਿੱਚ, ਖਾਸ ਕਰਕੇ ਉਹਦਾ ਕਾਰਨ ਇਹ ਹੈ ਕਿ ਪਿਛਲੇ 1 ਸਾਲ ਦਾ ਤੁਸੀਂ ਅੰਕੜੇ ਚੱਕ ਲਓ, ਉਹ ਤੁਹਾਨੂੰ ਦੱਸਣਗੇ ਕਿ ਸਾਡੀ ਜੋ ਬਲੈਕ ਏਸ਼ੀਅਨ ਮਾਈਨੋਰਿਟੀ ਐਥਨਿਕ ਕਮਿਊਨਿਟੀ ਦਾ ਡੈਥ ਰੇਟ ਹੈ ਜੀ, ਦੈਟ ਇਜ਼ ਨੀਅਰਲੀ 3 times ਹਾਇਰ ਦੈਨ ਦਾ ਵਾਈਟ ਬ੍ਰਿਟਿਸ਼ ਕਮਿਊਨਿਟੀ। ਸਾਡੀ UK ਜੋ ਟੋਟਲ ਪਾਪੂਲੇਸ਼ਨ ਹੈ ਬਲੈਕ ਏਸ਼ੀਅਨ ਮਾਈਨੋਰਿਟੀ ਐਥਨਿਕ ਪਾਪੂਲੇਸ਼ਨ, ਉਹ ਤਕਰੀਬਨ 15% ਹੈ ਔਰ ਸਾਡਾ ਜੋ ਡੈਥ ਰੇਟ ਹੈ ਉਹ ਹੈ ਤਕਰੀਬਨ 40% ਜੀ। ਸੋ ਇਹ ਬਹੁਤ ਹੀ ਵੱਡਾ ਇੱਕ ਗੰਭੀਰ ਮਸਲਾ ਸਾਡੇ ਲਈ। ਇਹਨੂੰ ਮੁੱਦੇ ਨਜ਼ਰ ਰੱਖਦੇ ਹੋਏ ਅਸੀਂ ਸੇਵਾ ਟਰਸਟ ਨੇ ਫੈਸਲਾ ਕੀਤਾ ਪਿਛਲੇ ਸਾਲ ਕਿ ਐਜੂਕੇਸ਼ਨਲ ਜੋ ਪ੍ਰੋਜੈਕਟ ਨੇ ਉਹਨਾਂ ਨੂੰ ਅਸੀਂ ਥੋੜ੍ਹੇ ਜਿਹੇ ਦੇਰ ਵਾਸਤੇ ਰੋਕੀਏ ਔਰ COVID-19 ਤੇ ਕੰਮ ਕਰੀਏ। ਸੋ ਪਿਛਲੇ ਸਾਲ ਮਾਰਚ ਤੋਂ ਲੈ ਕੇ ਲਗਾਤਾਰ ਅਸੀਂ ਜੋ ਕਮਿਊਨਿਟੀਜ਼ ਖਾਸ ਕਰਕੇ ਸਾਡੇ ਇੰਡੀਅਨ NRIs, ਉਸ ਤੋਂ ਬਿਨਾਂ ਬਲੈਕ ਏਸ਼ੀਅਨ ਮਾਈਨੋਰਿਟੀ ਕਮਿਊਨਿਟੀ ਦੇ ਬਜ਼ੁਰਗ ਨੇ ਜੋ ਆਈਸੋਲੇਟ ਹੋ ਰਹੇ ਲਗਾਤਾਰ 1 ਸਾਲ ਤੋਂ, ਉਹ ਇਨ ਆਈਸੋਲੇਸ਼ਨ, ਦੇ ਕੈਨੋਟ ਜਸਟ ਗੋ ਆਊਟ ਜੀ ਫॉर ਦ ਨੋਰਮਲ ਡੇ ਟੂ ਡੇ ਲਾਈਫ। ਅਸੀਂ ਉਹਨਾਂ ਦੀ ਹੈਲਪ ਕਰ ਰਹੇ ਹਾਂ, ਉਹਨਾਂ ਨੂੰ ਘਰ ਘਰ ਜਾ ਕੇ ਫੂਡ ਡਿਲੀਵਰ ਕਰ ਰਹੇ ਹਾਂ
ਔਰ ਉਹਦੇ ਨਾਲ ਮੈਂ ਪਹਿਲਾਂ ਮੈਂਸ਼ਨ ਕੀਤਾ ਕਿ ਜੋ ਸਾਡੇ ਭਾਰਤੀ ਸਟੂਡੈਂਟ ਨੇ, ਇੰਟਰਨੈਸ਼ਨਲ ਸਟੂਡੈਂਟ, ਬਹੁਤ ਵੱਡੀ ਗਿਣਤੀ ਵਿੱਚ ਉਹਨੂੰ COVID-19 ਤੇ ਇਫੈਕਟ ਹੋਇਆ ਜੀ। ਔਰ ਉਹਨਾਂ ਦੀ ਅਸੀਂ ਫਾਈਨੈਂਸ਼ੀਅਲ ਤੌਰ ਤੇ ਯੂਨੀਵਰਸਿਟੀ ਫੀਸ ਲਈ, ਰੈਂਟਲ ਇਸ਼ੂ ਤੇ ਉਹਨਾਂ ਦਾ ਜੋ ਖਾਣ ਪੀਣ ਦਾ ਰਾਸ਼ਨ ਵਗੈਰਾ, ਤੇ ਇਹ ਸਾਰੀ ਅਸੀਂ 1 ਸਾਲ ਤੋਂ ਹੈਲਪ ਕਰ ਰਹੇ ਹਾਂ। ਉਹਦੇ 2 ਕਾਰਨ ਨੇ। ਇੱਕ ਕਾਰਨ ਹੈ ਜੋ ਇਨੀਸ਼ੀਅਲ ਰਿਸਰਚ ਹੋਈ, ਉਹ ਇਹ ਕਹਿ ਰਹੇ ਨੇ ਕਿ ਸਾਡੀਆਂ ਜੋ ਏਸ਼ੀਅਨ ਕਮਿਊਨਿਟੀਆਂ ਸੀ, ਮੇਬੀ ਸਾਡੇ 'ਚ ਅੰਡਰਲਾਈਨ ਕੰਡੀਸ਼ਨ ਜ਼ਿਆਦਾ ਹੁੰਦੀ ਆ, ਕਿਉਂਕਿ ਡਾਇਬੀਟੀਜ਼ ਰੇਟ ਇਜ਼ ਰੀਅਲੀ ਹਾਈ ਜੀ। ਨਾਟ ਓਨਲੀ ਇਨ UK, ਅਮਰੀਕਾ ਚਲੇ ਜਾਓ, ਕੈਨੇਡਾ ਚਲੇ ਜਾਓ, ਤਾਂ ਉੱਥੇ ਵੀ ਇਹ ਸਿਚੁਏਸ਼ਨ ਆ ਵੀ ਸਾਡੀ ਕਮਿਊਨਿਟੀ ਡਾਇਬੈਟਿਕ ਰੇਟ ਕਾਫੀ ਹਾਈ ਆ। ਉਸ ਤੋਂ ਬਿਨਾਂ ਅੰਡਰਲਾਈਨ ਕੰਡੀਸ਼ਨਸ। ਦੂਸਰਾ ਇਹ ਕਹਿ ਰਿਹਾ ਵੀ ਸ਼ਾਇਦ ਵਿਟਾਮਿਨ D ਦੀ ਡੈਫੀਸ਼ੀਐਂਸੀ ਇਜ਼ ਅਨਦਰ ਰੀਜ਼ਨ। ਸੋ ਹਜੇ ਇਹਦੇ ਤੇ ਪੂਰੀ ਰਿਸਰਚ ਹੋਣੀ ਬਾਕੀ ਹੈ, ਪ੍ਰੋਪਰ ਤੌਰ ਤੇ ਰਿਸਰਚ ਕਨਕਲੂਜਨ ਨਹੀਂ ਆਇਆ, ਲੇਕਿਨ ਹਜੇ ਸਿਚੁਏਸ਼ਨ ਇਹ ਆ ਕਿ ਸਾਡਾ ਜੋ ਡੈਥ ਰੇਟ ਇਜ਼ ਰੀਅਲੀ ਹਾਈ ਐਂਡ ਇਟਸ ਵੈਰੀ ਕੰਸਰਨਿੰਗ ਐਂਡ ਅਲਾਰਮਿੰਗ ਫॉर ਆਲ ਆਫ ਅਸ। ਬਹੁਤ ਸਹੀ ਗੱਲਾਂ ਤੁਸੀਂ ਕੀਤੀਆਂ, ਔਰ ਮੈਂ ਤੁਹਾਡਾ ਸ਼ੁਕਰੀਆ ਦਾ ਵੀ ਕਰਨਾ ਚਾਹਾਂਗਾ, ਕਿਉਂਕਿ ਸੇਵਾ ਟਰੱਸਟ ਸਮੇਂ-ਸਮੇਂ ਤੇ ਅੱਗੇ ਆਉਂਦੀ ਰਹੀ ਹੈ ਔਰ ਲੋੜਵੰਦਾਂ ਦੀ ਜਿਵੇਂ ਸੇਵਾ ਕਰ ਰਹੀ ਹੈ ਔਰ ਉਹਨਾਂ ਦੀ ਮਦਦ ਕਰ ਰਹੀ ਹੈ। ਵਾਕਈ ਤੁਹਾਨੂੰ ਸਲੂਟ ਵੀ ਹੈ, ਔਰ ਉਹਨਾਂ ਸਾਰੇ ਲੋਕਾਂ ਵੱਲੋਂ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨਾ ਚਾਹਾਂਗਾ ਜਿਨ੍ਹਾਂ ਦੀ ਤੁਸੀਂ ਰੱਖ ਰਖਾ ਕਰ ਰਹੇ ਹੋ, ਜਿਨ੍ਹਾਂ ਦੀ ਤੁਸੀਂ ਮਦਦ ਕਰ ਰਹੇ ਹੋ। ਔਰ ਬਹੁਤ ਬਹੁਤ ਸ਼ੁਕਰੀਆ ਵੀ ਮੀਡੀਆ ਆਈਡੀਆਜ਼ ਫੋਰਮ ਦਾ ਖਾਸ ਹਿੱਸਾ ਬਣਨ ਦੇ ਲਈ। ਬਹੁਤ ਬਹੁਤ ਸ਼ੁਕਰੀਆ। ਨਹੀਂ, ਥੈਂਕ ਯੂ ਸੋ ਮਚ ਜੀ। ਐਂਡ ਮੈਂ ਇੱਕ ਵਾਰ ਫਿਰ ਆਪ ਸਭ ਦਾ ਧੰਨਵਾਦ ਕਰਦਾ ਔਰ ਕੰਗ੍ਰੈਚੁਲੇਸ਼ਨਸ ਔਨ ਯੋਰ ਰੀਅਲੀ ਪੋਜ਼ਿਟਿਵ ਇਨੀਸ਼ੀਏਟਿਵ discussion forum, and I wish you all the very best. Thank you ji, thank you so much. Thank you ji, sat sri akal।